ਅੰਮ੍ਰਿਤਸਰ ਤੋਂ ਇੱਕ ਵਾਰੀ ਫੇਰ ਵੱਡੀ ਖਬਰ ਆ ਰਹੀ ਹੈ। ਸ਼੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹੈਰੀਟੇਜ ਸਟਰੀਟ ਦੇ ਵਿੱਚ ਸੋਮਵਾਰ ਸਵੇਰੇ ਕਰੀਬ 7 ਵਜੇ ਇੱਕ ਹੋਰ ਵੱਡਾ ਧਮਾਕਾ ਹੋਇਆ ਹੈ। ਹਾਲਾਂਕਿ ਇਸ ਧਮਾਕੇ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਪਰ ਇੱਕ ਤੋਂ ਬਾਅਦ ਇਹ ਦੂਸਰਾ ਧਮਾਕਾ ਹੋਣਾ ਇੱਕ ਕੀ ਸੰਕੇਤ ਦੇ ਰਿਹਾ ਹੈ? ਪੁਲਿਸ ਇਹਦੀ ਜਾਂਚ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਦੇਰ ਰਾਤ ਨੂੰ ਹੈਰੀਟੇਜ ਸਟਰੀਟ ਦੇ ਵਿੱਚ ਹੀ ਇੱਕ ਧਮਾਕਾ ਹੋਇਆ ਸੀ, ਜਿਹਦੇ ਵਿੱਚ ਕਈ ਉੱਥੇ ਇੱਕ ਪਾਰਕਿੰਗ ਹੈ ਸਾਰਾਗੜੀ, ਉਹਦੇ ਲਾਗੇ ਜਿਹੜੀਆਂ ਉਹਦੀਆਂ ਬਾਰੀਆਂ ਉਹਦੇ ਸ਼ੀਸ਼ੇ ਟੁੱਟ ਗਏ ਸਨ ਤੇ ਪੁਲਿਸ ਲਗਾਤਾਰ ਇਹਦੀ ਜਾਂਚ ਕਰ ਰਹੀ ਹੈ। ਕੱਲ ਮੋਹਾਲੀ ਤੋਂ ਇੱਕ ਵਿਸ਼ੇਸ਼ ਟੀਮ ਬੁਲਾਈ ਗਈ ਸੀ। ਫੋਰੈਂਸਿਕ ਐਕਸਪਰਟ ਆਏ ਸਨ ਜਿਨ੍ਹਾਂ ਨੇ ਉੱਥੋਂ ਕਈ ਸੈਂਪਲ ਲਏ ਨੇ। ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਉਹਨਾਂ ਨੂੰ ਕਈ ਮੈਟਲ ਦੇ ਛੋਟੇ-ਛੋਟੇ ਟੋਟੇ ਵੀ ਮਿਲੇ ਨੇ। ਆਖਿਰਕਾਰ ਇਹ ਬਲਾਸਟ ਕਿਸ ਕਰਕੇ ਕੀਤਾ ਗਿਆ, ਕੀ ਇਹਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ, ਸਲਫਰ ਤੇ ਹੋਰ ਆਈਈਡੀ ਦਾ ਵੀ ਇਸਤੇਮਾਲ ਕੀਤਾ ਗਿਆ? ਇਹ ਸਾਰੇ तमाम ਪਹਿਲੂਆਂ ਤੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦੇ ਅਧਿਕਾਰੀਆਂ ਦਾ ਇਹ ਕਹਿਣਾ ਸੀ ਕਿ ਜਦੋਂ ਤੱਕ ਕੋਈ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਅਸੀਂ ਕੁਝ ਸਾਫ਼ ਨਹੀਂ ਕਰ ਸਕਦੇ। ਹਜੇ ਪੁਲਿਸ ਇਹਦੀ ਜਾਂਚ ਹੀ ਕਰ ਰਹੀ ਹੁੰਦੀ ਹੈ ਤੇ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਤਲਾਸ਼ ਕਰ ਰਹੀ ਹੁੰਦੀ ਹੈ ਕਿ ਸੋਮਵਾਰ ਸਵੇਰੇ ਦਿਨ ਚੜ੍ਹਿਆਂ ਹੀ ਇੱਕ ਹੋਰ ਧਮਾਕਾ ਹੋ ਜਾਂਦਾ ਹੈ, ਜਿਹਦੇ ਨਾਲ ਇਲਾਕਾ ਵਾਸੀਆਂ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ ਕਿ ਆਖਿਰਕਾਰ ਇਹ ਧਮਾਕੇ ਕਿਉਂ ਹੋ ਰਹੇ ਨੇ ਤੇ ਇਹ ਕੌਣ ਕਰ ਰਿਹਾ ਹੈ। ਪੁਲਿਸ ਕੁਝ ਵੀ ਅਜੇ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਅਸੀਂ ਜਾਂਚ ਕਰ ਰਹੇ ਹਾਂ, ਜਦੋਂ ਜਾਂਚ ਹੋਏਗੀ ਤੁਹਾਨੂੰ ਸਭ ਕੁਝ ਦੱਸ ਦਿੱਤਾ ਜਾਏਗਾ। ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ, ਕਿਸ ਤਰ੍ਹਾਂ ਪਹਿਲਾ ਧਮਾਕਾ ਵੀ ਦਿਖਾਇਆ ਤੁਹਾਨੂੰ ਸੀ, ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਉੱਥੇ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ, ਕਿਸ ਤਰ੍ਹਾਂ ਉੱਥੇ ਫੋਰੈਂਸਿਕ ਟੀਮ ਦੇ ਐਕਸਪਰਟ ਆਏ ਤੇ ਸੈਂਪਲ ਲੈ ਰਹੇ ਨੇ। ਲਗਾਤਾਰ ਪੁਲਿਸ ਨੇ ਉਸ ਇਲਾਕੇ ਤੇ ਨਜ਼ਰ ਰੱਖੀ ਹੋਈ ਹੈ ਤੇ ਉਧਰ ਜਾਣ ਵਾਲੇ ਰਸਤੇ ਦੇ ਵਿੱਚ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਇਹ ਕਦੋਂ ਜਾਂਚ ਰਿਪੋਰਟ ਆਏਗੀ, ਲੋਕਾਂ ਨੂੰ ਵੀ ਇੰਤਜ਼ਾਰ ਹੈ ਕਿ ਆਖਿਰਕਾਰ ਸਭ ਤੋਂ ਜਿਹੜਾ ਇਹ ਇਲਾਕਾ ਵਿਅਸਤ ਰਹਿੰਦਾ ਹੈ, ਸੈਲਾਨੀਆਂ ਦੀ ਬਹੁਤ ਉੱਥੇ ਭੀੜ ਰਹਿੰਦੀ ਹੈ, ਉੱਥੇ ਆਖਿਰਕਾਰ ਇਹ ਬਲਾਸਟ ਹੋ ਰਹੇ ਨੇ ਤੇ ਇਹਦੇ ਪਿੱਛੇ ਕਾਰਨ ਕੀ ਹੈ? ਜਿਹੜੇ ਲੋ ਇੰਟੈਂਸਿਟੀ ਐਕਸਪਲੋਜਨਸ ਹੋਏ ਹੈਗੇ, ਇੱਕ ਸੈਟਰਡੇ ਰਾਤੀ 11:30 ਦੇ ਕਰੀਬ, ਇੱਕ ਅੱਜ ਸੋਮਵਾਰ ਸਵੇਰੇ 6:15 ਵਜੇ। ਤੇ ਇਸ ਦੇ ਵਿੱਚ ਜਿਹੜੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਲੋ ਇੰਟੈਂਸਿਟੀ ਐਕਸਪਲੋਜਨਸ ਸੀਗੇ, ਜਿਹੜੇ ਉੱਪਰ ਜਿਹੜੀ ਹੈਰੀਟੇਜ ਸਟੇਜ ਜਿੱਥੇ ਅਸੀਂ ਖੜੇ ਹੈਰੀਟੇਜ ਸਟਰੀਟ ਦੇ ਵਿੱਚ ਇੱਥੇ ਲੋ ਇੰਟੈਂਸਿਟੀ ਐਕਸਪਲੋਜਨਸ ਹੋਏ ਹੈਗੇ। ਸੋ ਅਸੀਂ ਇਸ ਦੀ ਸਾਇੰਟੀਫਿਕਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਾਡੀ ਫੋਰੈਂਸਿਕ ਟੀਮ ਇੱਥੇ ਮੌਕੇ ਤੇ ਹੈਗੀ ਤੇ ਕੋਈ ਵੀ ਸਾਨੂੰ ਟ੍ਰਿਗਰਿੰਗ ਮੈਕੈਨਿਜ਼ਮ ਜਾਂ ਡੈਟੋਨੇਟਰ ਨਹੀਂ ਮਿਲਿਆ ਹੈਗਾ ਮੌਕੇ ਤੇ ਜਿਸ ਤੋਂ ਇੰਜ ਜਾਪਦਾ ਹੈਗਾ ਕਿ ਕਿਸੇ ਕੰਟੇਨਰ ਦੇ ਵਿੱਚ ਐਕਸਪਲੋਸਿਵ ਮਟੀਰੀਅਲ ਰੱਖ ਕੇ ਜਿਹੜਾ ਹੈਗਾ ਉਹ ਐਕਸਪਲੋਜਨ ਕੀਤਾ ਗਿਆ ਹੈ। ਐਬਸੈਂਸ ਆਫ ਟ੍ਰਿਗਰਿੰਗ ਮੈਕੈਨਿਜ਼ਮ ਮੀਨਸ ਦੈਟ ਇਟ ਇਜ਼ ਅ ਕਰੂਡ ਕਾਈਂਡ ਆਫ ਅ ਡਿਵਾਈਸ। ਅਸੀਂ ਇਸ ਨੂੰ ਪੂਰੇ ਡੀਪਲੀ ਇਨਵੈਸਟੀਗੇਟ ਕਰਾਂਗੇ। ਅਸੀਂ ਕੋਈ ਐਂਗਲਸ ਰੂਲ ਆਊਟ ਨਹੀਂ ਕਰ ਰਹੇ ਹੈਗੇ। ਪ੍ਰੀਲਿਮਿਨਰੀ ਦੋ ਤਿੰਨ ਗੱਲਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਕਿਸੇ ਦੀ ਮਿਸਚਿਫ ਹੈਗੀ। ਇਟ ਇਜ਼ ਟੂ अर्ਲੀ ਟੂ ਸੇ ਕਿ ਇਟ ਇਜ਼ ਮਿਸਚਿਫ ਜਾਂ ਇਟ ਇਜ਼ ਟੈਰਰ ਐਂਗਲ ਜਾਂ ਕਿਸੇ ਦਾ ਪਰਸਨਲ ਐਂਗਲ ਹੈ। ਸੋ ਅਸੀਂ ਕੋਈ ਵੀ ਐਂਗਲ ਰੂਲ ਆਊਟ ਨਹੀਂ ਕਰਾਂਗੇ। ਅਸੀਂ ਸਾਰੇ ਐਂਗਲਸ ਤੋਂ ਡੀਪਲੀ ਇਨਵੈਸਟੀਗੇਟ ਕਰਾਂਗੇ। ਐਕਸਪਲੋਸਿਵਸ ਆਰ ਵੈਰੀ ਕਰੂਡਲੀ ਮੇਡ, ਵੈਰੀ ਕਰੂਡਲੀ ਅਸੈਂਬਲਡ ਜਿਹੜੀ ਡਿਵਾਈਸ ਹੈਗੀ। ਟ੍ਰਿਗਰਿੰਗ ਮੈਕੈਨਿਜ਼ਮ ਕੋਈ ਨਹੀਂ ਮਿਲਿਆ ਹੈ, ਡੈਟੋਨੇਟਰ ਕੋਈ ਨਹੀਂ ਮਿਲਿਆ ਹੈ। ਸੋ ਇਸ ਦੇ ਨਾਲ ਹੀ ਮੈਂ ਦੋ ਤਿੰਨ ਗੱਲਾਂ ਜਿਹੜੀਆਂ ਕਹਾਂਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸક્ષਮ ਹੈ। ਤੁਸੀਂ ਜਿਵੇਂ ਇੱਥੇ ਖੜੇ ਹੋ, ਆਵਾਜਾਈ ਲੋਕਾਂ ਦੀ ਜਿਹੜੀ ਹੈਗੀ ਐਵਰੀਥਿੰਗ ਇਜ਼ ਨਾਰਮਲ। ਸੋ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਹਾਂ ਕਿ ਅਸੀਂ ਪੀਸ, ਹਾਰਮਨੀ, ਲਾਅ ਐਂਡ ਆਰਡਰ ਬਣਾ ਕੇ ਰੱਖਾਂਗੇ। ਨੰਬਰ 2, ਫੇਕ ਰਿਊਮਰਸ ਦੇ ਵਿੱਚ ਕਈ ਵਾਰੀ ਲੋਕੀ ਗਲਤ ਗੱਲਾਂ ਕਹਿੰਦੇ ਆ। ਸਾਡਾ ਫੈਕਟ ਚੈੱਕ ਕਰੋ, ਸਾਡੇ ਸੋਸ਼ਲ ਮੀਡੀਆ ਹੈਂਡਲਸ ਹੈ, ਅਸੀਂ ਆਫੀਸ਼ੀਅਲੀ ਰਿਲੀਜ਼ ਕਰਾਂਗੇ। ਥਰਡਲੀ ਦੇਖੋ ਜੀ, ਆਈਈਡੀ ਤੇ ਕੋਈ ਵੀ ਜਿਵੇਂ ਮੈਂ ਕਿਹਾ ਜਿਹੜਾ ਕਰੂਡ ਐਕਸਪਲੋਜਨ ਹੈ ਜੀ। ਸੋ ਬੇਸਿਕਲੀ ਆਈਈਡੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ। ਸੋ ਐਨੀਥਿੰਗ which causes an explosion is an IED. So we are looking into it ਕਿ ਇਹ ਕਿਸੇ ਸ਼ਰਾਰਤੀ ਬੰਦੇ ਦੀ ਮਿਸਚਿਫ ਹੈਗੀ ਜਾਂ ਇਹ ਕੋਈ ਆਰਗੇਨਾਈਜ਼ਡ ਅਟੈਂਪਟ ਹੈ, ਕਿਸੇ ਦਾ ਕੋਈ ਮੋਡਿਊਲ ਹੈ। ਜਿਹੜੇ ਲੋ ਇੰਟੈਂਸਿਟੀ ਐਕਸਪਲੋਜਨਸ ਹੋਏ ਹੈਗੇ, ਇੱਕ ਸੈਟਰਡੇ ਰਾਤੀ 11:30 ਦੇ ਕਰੀਬ, ਇੱਕ ਅੱਜ ਸੋਮਵਾਰ ਸਵੇਰੇ 6:15 ਵਜੇ। ਤੇ ਇਸ ਦੇ ਵਿੱਚ ਜਿਹੜੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਲੋ ਇੰਟੈਂਸਿਟੀ ਐਕਸਪਲੋਜਨਸ ਸੀਗੇ, ਜਿਹੜੇ ਉੱਪਰ ਜਿਹੜੀ ਹੈਰੀਟੇਜ ਸਟੇਜ ਜਿੱਥੇ ਅਸੀਂ ਖੜੇ ਹੈਰੀਟੇਜ ਸਟਰੀਟ ਦੇ ਵਿੱਚ ਇੱਥੇ ਲੋ ਇੰਟੈਂਸਿਟੀ ਐਕਸਪਲੋਜਨਸ ਹੋਏ ਹੈਗੇ। ਸੋ ਅਸੀਂ ਇਸ ਦੀ ਸਾਇੰਟੀਫਿਕਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਾਡੀ ਫੋਰੈਂਸਿਕ ਟੀਮ ਇੱਥੇ ਮੌਕੇ ਤੇ ਹੈਗੀ ਤੇ ਕੋਈ ਵੀ ਸਾਨੂੰ ਟ੍ਰਿਗਰਿੰਗ ਮੈਕੈਨਿਜ਼ਮ ਜਾਂ ਡੈਟੋਨੇਟਰ ਨਹੀਂ ਮਿਲਿਆ ਹੈਗਾ ਮੌਕੇ ਤੇ
ਤੇ ਜਿਸ ਤੋਂ ਇੰਜ ਜਾਪਦਾ ਹੈਗਾ ਕਿ ਕਿਸੇ ਕੰਟੇਨਰ ਦੇ ਵਿੱਚ ਐਕਸਪਲੋਸਿਵ ਮਟੀਰੀਅਲ ਰੱਖ ਕੇ ਜਿਹੜਾ ਹੈਗਾ ਉਹ ਐਕਸਪਲੋਜਨ ਕੀਤਾ ਗਿਆ ਹੈ। ਐਬਸੈਂਸ ਆਫ ਟ੍ਰਿਗਰਿੰਗ ਮੈਕੈਨਿਜ਼ਮ ਮੀਨਸ ਦੈਟ ਇਟ ਇਜ਼ ਅ ਕਰੂਡ ਕਾਈਂਡ ਆਫ ਅ ਡਿਵਾਈਸ। ਅਸੀਂ ਇਸ ਨੂੰ ਪੂਰੇ ਡੀਪਲੀ ਇਨਵੈਸਟੀਗੇਟ ਕਰਾਂਗੇ। ਅਸੀਂ ਕੋਈ ਐਂਗਲਸ ਰੂਲ ਆਊਟ ਨਹੀਂ ਕਰ ਰਹੇ ਹੈਗੇ। ਪ੍ਰੀਲਿਮਰੀ ਇਹ ਦੋ ਤਿੰਨ ਗੱਲਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਕਿਸੇ ਦੀ ਮਿਸਚਿਫ ਹੈਗੀ। ਇਟ ਇਜ਼ ਟੂ अर्ਲੀ ਟੂ ਸੇ ਕਿ ਇਟ ਇਜ਼ ਮਿਸਚਿਫ ਜਾਂ ਇਟ ਇਜ਼ ਟੈਰਰ ਐਂਗਲ ਜਾਂ ਕਿਸੇ ਦਾ ਪਰਸਨਲ ਐਂਗਲ ਹੈ। ਸੋ ਅਸੀਂ ਕੋਈ ਵੀ ਐਂਗਲ ਰੂਲ ਆਊਟ ਨਹੀਂ ਕਰਾਂਗੇ। ਅਸੀਂ ਸਾਰੇ ਐਂਗਲਸ ਤੋਂ ਡੀਪਲੀ ਇਨਵੈਸਟੀਗੇਟ ਕਰਾਂਗੇ। ਐਕਸਪਲੋਸਿਵਸ ਆਰ ਵੈਰੀ ਕਰੂਡਲੀ ਅਸੈਂਬਲਡ। ਜਿਹੜੀ ਡਿਵਾਈਸ ਹੈਗੀ, ਟ੍ਰਿਗਰਿੰਗ ਮੈਕੈਨਿਜ਼ਮ ਕੋਈ ਨਹੀਂ ਮਿਲਿਆ ਹੈ, ਡੈਟੋਨੇਟਰ ਕੋਈ ਨਹੀਂ ਮਿਲਿਆ ਹੈ। ਸੋ ਇਸ ਦੇ ਨਾਲ ਹੀ ਮੈਂ ਦੋ ਤਿੰਨ ਗੱਲਾਂ ਜਿਹੜੀਆਂ ਕਹਾਂਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸક્ષਮ ਹੈ। ਤੁਸੀਂ ਜਿਵੇਂ ਇੱਥੇ ਖੜੇ ਹੋ, ਆਵਾਜਾਈ ਲੋਕਾਂ ਦੀ ਜਿਹੜੀ ਹੈਗੀ ਐਵਰੀਥਿੰਗ ਇਜ਼ ਨਾਰਮਲ। ਸੋ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਹਾਂ ਕਿ ਅਸੀਂ ਪੀਸ, ਹਾਰਮਨੀ, ਲਾਅ ਐਂਡ ਆਰਡਰ ਬਣਾ ਕੇ ਰੱਖਾਂਗੇ। ਨੰਬਰ 2, ਫੇਕ ਰਿਊਮਰਸ ਦੇ ਵਿੱਚ ਕਈ ਵਾਰੀ ਲੋਕੀ ਗਲਤ ਗੱਲਾਂ ਕਹਿੰਦੇ ਆ। ਸਾਡਾ ਫੈਕਟ ਚੈੱਕ ਕਰੋ, ਸਾਡੇ ਸੋਸ਼ਲ ਮੀਡੀਆ ਹੈਂਡਲਸ ਹੈ, ਅਸੀਂ ਆਫੀਸ਼ੀਅਲੀ ਰਿਲੀਜ਼ ਕਰਾਂਗੇ। ਥਰਡਲੀ ਵਾਈਟ ਪਾਊਡਰ ਬਰਾਮਦ ਹੋਇਆ ਸੀਗਾ ਥੋੜਾ ਜਿਹਾ। ਦੇਖੋ ਜੀ, ਆਈਈਡੀ ਤੇ ਕੋਈ ਵੀ, ਜਿਵੇਂ ਮੈਂ ਕਿਹਾ, ਜਿਹੜਾ ਕਰੂਡ ਐਕਸਪਲੋਜਨ ਹੈ ਜੀ। ਸੋ ਬੇਸਿਕਲੀ ਆਈਈਡੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ। ਸੋ ਐਨੀਥਿੰਗ which causes an explosion is an IED. So we are looking into it ਕਿ ਇਹ ਕਿਸੇ ਸ਼ਰਾਰਤੀ ਬੰਦੇ ਦੀ ਮਿਸਚਿਫ ਹੈਗੀ ਜਾਂ ਇਹ ਕੋਈ ਆਰਗੇਨਾਈਜ਼ਡ ਅਟੈਂਪਟ ਹੈ, ਕਿਸੇ ਦਾ ਕੋਈ ਮੋਡਿਊਲ। ਇਸ ਨੂੰ ਥ੍ਰੈਡਬੇਅਰ ਕਰਾਂਗੇ ਕਿ ਇਹ ਕਿਵੇਂ ਹੋਈ ਗੱਲ। ਹੁਣ ਤੱਕ ਦਾ ਕੀ ਅਪਡੇਟ ਹੈ ਜੀ? ਹੁਣ ਤੱਕ ਦਾ ਕੀ ਅਪਡੇਟ ਹੈ? this is the ਦੇਖੋ, one person has received minor injuries today ਤੇ ਇੱਕ ਮਾਈਨਰ ਇੰਜਰੀਜ਼ ਪਰਸੋਂ ਵੀ ਰਿਸੀਵ ਹੋਈਆਂ ਸੀ। ਐਜ਼ ਆਈ ਸੈਡ ਕਿ ਇਹ ਬਹੁਤ ਇਸ ਨੂੰ ਥ੍ਰੈਡਬੇਅਰ ਕਰਾਂਗੇ ਕਿ ਇਹ ਕਿਵੇਂ ਹੋਈ ਗੱਲ। ਹੁਣ ਤੱਕ ਦਾ ਕੀ ਅਪਡੇਟ ਹੈ ਜੀ? ਹੁਣ ਤੱਕ ਦਾ ਕੀ ਅਪਡੇਟ ਹੈ? this is the ਦੇਖੋ, one person has received minor injuries today ਤੇ ਇੱਕ ਮਾਈਨਰ ਇੰਜਰੀਜ਼ ਪਰਸੋਂ ਵੀ ਰਿਸੀਵ ਹੋਈਆਂ ਸੀ। ਐਜ਼ ਆਈ ਸੈਡ ਕਿ ਇਹ ਬਹੁਤ ਕਰਾਂਗੇ। ਅਸੀਂ ਹੁਣ ਤੱਕ, ਹਾਲੇ ਤੱਕ ਜਿਹੜੇ ਵੀ ਕੇਸ ਸਾਡੇ ਰਿਪੋਰਟ ਹੋਏ ਹੈ, ਪੰਜਾਬ ਪੁਲਿਸ ਨੇ ਸਕਸੈਸਫੁਲੀ ਵਰਕਆਊਟ ਕੀਤਾ ਹੈ ਤੇ ਦਿਸ ਕੇਸ ਵਿਲ ਆਲਸੋ ਬੀ ਵਰਕਡ ਆਊਟ। ਲੋ ਐਕਸਪਲੋਜਨ, ਜਿਵੇਂ ਮੈਂ ਜਿਹੜੀਆਂ ਗੱਲਾਂ ਕਹੀਆਂ ਕਿ ਸਾਨੂੰ ਮੌਕੇ ਤੋਂ ਡੈਟੋਨੇਟਰ ਨਹੀਂ ਮਿਲਿਆ। ਜਦੋਂ ਕੋਈ ਵੀ ਜਿਹੜਾ ਹਾਈ ਐਕਸਪਲੋਸਿਵ ਹੁੰਦਾ ਹੈ ਉਸ ਨੂੰ ਡੈਟੋਨੇਟ ਕਰਨ ਲਈ ਡੈਟੋਨੇਟਰ ਯੂਜ਼ ਕਰਦੇ, ਜਿਹਨੂੰ ਟ੍ਰਿਗਰਿੰਗ ਮੈਕੈਨਿਜ਼ਮ ਕਹਿੰਦੇ ਆ ਜਾਂ ਟ੍ਰਿਗਰਿੰਗ ਡਿਵਾਈਸ ਕਹਿੰਦੇ ਆ। ਸੋ ਨੋ ਟ੍ਰਿਗਰਿੰਗ ਡਿਵਾਈਸ ਹੈਜ਼ ਬੀਨ ਰਿਕਵਰਡ ਫਰਮ ਦ ਸਪੌਟ ਸੋ ਫਾਰ। ਸੋ ਇਸ ਤੋਂ ਇੰਜ ਜਾਪਦਾ ਹੈ, ਹੁਣ ਸਪੈਕੂਲੇਟਿਵ ਹੈ। ਜੇ ਮੈਂ ਇਹ ਕਹਿੰਦਾ ਵੀ ਤੁਸੀਂ ਯੂ ਵਿਲ ਲਾਈਕ ਟੂ ਪੁੱਟ ਵਰਡਸ ਇਨਟੂ ਮਾਈ ਮਾਊਥ ਕਿ ਪੋਟੈਸ਼ੀਅਮ ਜਿਹੜਾ ਉਹ ਕਲੋਰੇਟ ਤੇ ਉਹ ਸਲਫਰ ਹੁੰਦਾ ਹੈ, ਸੋ ਮੈਂ ਇਹ ਨਹੀਂ ਕਹਾਂਗਾ ਬਿਕੋਜ਼ ਵੀ ਆਰ ਨਾਟ ਸ਼ੋਰ। ਵੀ ਵਿਲ ਗੋ ਬਾਈ ਦੀ ਸਾਇੰਟੀਫਿਕ। ਹੁਣ it is although regulated ਹੈ, ਬਟ ਇਸ ਤਰ੍ਹਾਂ ਦੇ ਸਬਸਟੈਂਸਸ ਬਹੁਤ ਈਜ਼ੀਲੀ ਵੀ ਅਵੇਲੇਬਲ ਹੈ ਮਾਰਕੀਟ ਦੇ ਵਿੱਚ। ਦੇਅਰਫੋਰ ਅਸੀਂ ਇਸ ਨੂੰ ਸਾਰੇ ਐਂਗਲਸ ਤੋਂ ਦੇਖਾਂਗੇ ਕਿ ਲੋਕਲੀ ਪ੍ਰੋਕਿਊਰਡ ਕਿਸੇ ਮਿਸਚਿਫ ਮੇਕਰ ਦੀ ਇਹ ਹਰਕਤ ਤੇ ਨਹੀਂ ਹੈਗੀ ਕਿ ਸਟੇਟ ਦਾ ਮਾਹੌਲ ਵਿਗਾੜਨ ਲਈ, ਇਸ ਤਰ੍ਹਾਂ ਦਾ ਪ੍ਰਭਾਵ ਦੇਣ ਲਈ। ਸੋ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ, ਸਾਰੇ ਐਂਗਲਸ ਦੇਖਾਂਗੇ। ਦੇਖੋ ਜੀ, ਉੱਪਰ ਜਿਵੇਂ ਹੈਰੀਟੇਜ ਜਿਹੜਾ ਪਾਰਕਿੰਗ ਹੈਗੀ, ਇਹਦੇ ਉੱਪਰ ਜਿਹੜਾ ਹੈਗਾ, ਜਿਹੜਾ ਸਾਰਾਗੜੀ ਸਟਰੀਟ ਜਿੱਥੇ ਅਸੀਂ ਖੜੇ ਹੈਗੇ, ਇੱਥੇ ਉੱਪਰ ਕੰਟੇਨਰ ਦੇ ਵਿੱਚ ਜਿਹੜਾ ਹੈਗਾ ਐਕਸਪਲੋਸਿਵ ਰੱਖ ਕੇ ਇੱਕ ਥ੍ਰੈਡ ਜਿਹੜਾ ਹੈਗਾ ਥੱਲੇ ਲਟਕ ਰਿਹਾ ਸੀਗਾ। ਸੋ ਆਈਦਰ ਸਮ ਪਾਸਰ ਬਾਈ ਹੈਜ਼ ਐਕਸੀਡੈਂਟਲੀ, ਜਿਵੇਂ ਸੀਸੀਟੀਵੀ ਫੁਟੇਜ ਇਸੀ ਕਰਕੇ ਅਸੀਂ ਡੀਪਲੀ ਦੇਖ ਰਹੇ ਹੈਗੇ ਕਿ ਉਹ ਕਿਸੇ ਨੇ ਖਿੱਚਤਾ। ਸੋ ਉਹ ਡਿਵਾਈਸ ਜਿਹੜੀ ਹੈਗੀ ਉੱਪਰੋਂ ਥੱਲੇ ਡਿੱਗ ਪਈ ਤੇ ਇੱਕ ਐਕਸਪਲੋਜਨ ਹੋ ਗਿਆ। ਆਵਾਜ਼ ਕਾਫੀ ਹੋਈ ਪਰ ਅਦਰਵਾਈਜ਼ ਦੇਰ ਵੇਰ ਨੋ ਸ਼ਾਰਪਨਲਸ, ਜਿਹੜੇ ਵਿੱਚ ਸ਼ਾਰਪਨਲ ਕੋਈ ਵੀ ਨਹੀਂ ਸੀਗੇ ਤੇ ਇੰਜਰੀ ਬਹੁਤ ਮਾਈਨਰ ਹੋਈ ਹੈ। ਬਟ ਯੈਸ, ਲਾਊਡ ਨੋਇਸ ਵਾਸ ਦੇਅਰ। ਸਾਰੇ ਐਸਪੈਕਟਸ ਨੂੰ ਦੇਖਾਂਗੇ, ਕੇਸ ਨੂੰ ਟਰੇਸ ਕਰਾਂਗੇ। ਫੇਕ ਰਿਊਮਰਸ ਤੇ ਨਾ ਜਾਓ, ਇਹ ਕਿਸੇ ਦੀ ਮਿਸਚਿਫ ਹੋ ਸਕਦੀ ਹੈ। ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਨੂੰ ਡਿਸਟਰਬ ਨਹੀਂ ਹੋਣ ਦੇਵਾਂਗੇ। ਥੈਂਕ ਯੂ। ਜਿਵੇਂ ਕਿ ਤੁਸੀਂ ਸਾਰੇ ਜਾਣੂ ਹੈਗੇ ਹੋ, ਪੰਜਾਬੀ, ਇੰਗਲਿਸ਼, ਹਿੰਦੀ ਕੀ ਰਹੇਗਾ? ਜੈਸੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੈਗੇ ਹੋ, ਸਾਡੇ ਕੋਲ 5 ਮਈ ਸੈਟਰਡੇ ਤੋਂ ਲੈ ਕੇ ਅੱਜ ਸਵੇਰ ਤੱਕ ਇੱਥੇ ਜਿਹੜੀ ਹੈਰੀਟੇਜ ਸਟਰੀਟ ਹੈ, ਇੱਥੇ 2 ਲੋ ਇੰਟੈਂਸਿਟੀ ਬਲਾਸਟ ਹੋਏ ਹੈ। ਪ੍ਰਾਈਮਾ ਫੇਸੀ ਇਹ ਜਾਪਦਾ ਹੈਗਾ ਕਿ ਕਿਸੇ ਦੇਸੀ ਮਟੀਰੀਅਲ ਨੂੰ ਤਿਆਰ ਕਰਕੇ ਇੱਕ ਬੰਬ ਬਣਾਇਆ ਗਿਆ ਹੈਗਾ, ਛੋਟਾ ਬੰਬ ਬਣਾਇਆ ਗਿਆ ਜਿਹਨੂੰ ਐਕਸਪਲੋਡ ਕੀਤਾ ਗਿਆ। ਇਹਦੇ ਨਾਲ ਕੋਈ ਜਾਨੋ ਮਾਲ ਦਾ ਨੁਕਸਾਨ ਨਹੀਂ ਹੋਇਆ ਹੈਗਾ। ਇਹ ਜਾਪਦਾ ਹੈਗਾ ਕਿ ਇਹ ਲੋਕਲ ਪ੍ਰੈਪਰੇਸ਼ਨ ਹੈ, ਕਿਉਂਕਿ ਸਾਨੂੰ ਕੋਈ ਟੈਕਨੀਕਲ ਡੈਟੋਨੇਟਰ ਜਾਂ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲੀ ਜਿਸ ਤੋਂ ਇਹ ਸਾਬਿਤ ਹੋਵੇ ਕਿ ਕੋਈ ਬਹੁਤ ਟੈਕਨੀਕਲੀ ਐਡਵਾਂਸ ਡਿਵਾਈਸ ਹੈ। ਦੋਨੋਂ ਜਿਹੜੇ ਹੈਗੇ, ਜਿਹੜੀ ਪ੍ਰੀਲਿਮਿਨਰੀ FSL ਰਿਪੋਰਟਸ ਹੈ ਉਸ ਤੋਂ ਇਹ ਜਾਪਦਾ, ਉਹ ਦੱਸਿਆ ਗਿਆ ਹੈਗਾ ਕਿ ਇਹ ਲੋ ਇੰਟੈਂਸਿਟੀ ਐਕਸਪਲੋਸਿਵ ਦਾ ਕੰਮ ਹੈਗਾ। ਇਸ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਔਨ ਹੈ। ਸਾਡੇ ਵੱਲੋਂ ਥਾਣੇ ਵਿੱਚ ਕੇਸ ਰਜਿਸਟਰ ਕਰ ਲਿਆ ਗਿਆ ਕੋਤਵਾਲੀ 'ਚ ਤੇ ਹੁਣ ਇਸ ਤੇ ਇਨਵੈਸਟੀਗੇਸ਼ਨ ਔਨ ਹੈ।
ਦੇਖੋ ਜੀ ਇਹੋ ਜਿਹੇ ਇਹ ਬੜਾ ਸੈਂਸਿਟਿਵ ਮਸਲਾ ਹੈਗਾ, ਇਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਸਾਡੇ ਧਿਆਨ ਵਿੱਚ ਹੈਗੀਆਂ। ਜਦ ਤੱਕ ਇਸ ਚੀਜ਼ ਦਾ ਫਾਈਨਲ ਕੋਈ ਕਨਕਲੂਜਨ ਸਾਹਮਣੇ ਨਹੀਂ ਆ ਜਾਂਦਾ ਜਾਂ ਸਾਡੇ ਕੋਲ ਕੋਈ ਸਪਸ਼ਟ ਨਤੀਜਾ ਨਹੀਂ ਆ ਸਕਦਾ, ਮੈਂ ਕੁਝ ਵੀ ਨਹੀਂ ਕਹਿ ਸਕਾਂਗਾ। ਬਟ ਯੈਸ, ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਹੈ ਕਿ ਇਸ ਮੁਤਲਕਾ ਜੋ ਵੀ ਪਹਿਲੂ ਹੋ ਸਕਦੇ ਆ, ਸੰਭਾਵਿਤ ਪਹਿਲੂ, ਉਹਨਾਂ ਸਾਰਿਆਂ ਤੇ ਸਾਡੇ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ। ਟੈਰਰ ਐਂਗਲ ਹੈ ਕਿ ਨਹੀਂ ਹੈ, ਸਭ ਤੋਂ ਪਹਿਲਾਂ ਦੇਖੋ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਵੇਂ ਮੈਂ ਸ਼ੁਰੂ ਦੱਸਿਆ, ਇਹ ਲੋ ਇੰਟੈਂਸਿਟੀ ਐਕਸਪਲੋਸਿਵ ਹੈ। ਲੋ ਇੰਟੈਂਸਿਟੀ ਐਕਸਪਲੋਸਿਵ ਮਤਲਬ ਇਹ ਹੁੰਦਾ ਹੈ ਕਿ ਇਹਦੇ ਵਿੱਚ ਜਿਹੜਾ ਕੋਈ ਘਰੇਲੂ ਸਮਾਨ ਹੁੰਦਾ ਹੈ, ਜਿਵੇਂ ਕੋਈ ਨਾਈਟ੍ਰੇਟ ਹੋ ਗਿਆ, ਕੋਈ ਫਾਸਫੇਟ ਹੋ ਗਿਆ, ਜਾਂ ਜਿਵੇਂ ਪਟਾਕਿਆਂ 'ਚ ਪੈਣ ਵਾਲਾ ਸਮਾਨ ਹੈ, ਉਸ ਟਾਈਪ ਦਾ ਸਮਾਨ ਵੀ ਵਰਤਿਆ ਗਿਆ ਹੋ ਸਕਦਾ ਹੈ। ਆਮ ਤੌਰ ਤੇ ਇਸ ਤਰੀਕੇ ਦਾ ਜਿਹੜਾ ਹੁੰਦਾ ਹੈ ਸਮਾਨ, ਉਹ ਦਹਿਸ਼ਤਗਰਦੀ 'ਚ ਘੱਟ ਦੇਖਿਆ ਗਿਆ ਹੈਗਾ, ਤੇ ਕੋਈ ਨਾ ਕੋਈ ਜੋ ਲੋਕ ਸ਼ੈਤਾਨੀ ਕਰਦੇ ਆ ਜਾਂ ਕੋਈ ਇਸ ਤਰੀਕੇ ਦੀ ਕੋਈ ਗੜਬੜ ਕਰਦੇ ਆ, ਉਹਨਾਂ ਨਾਲ ਸੰਬੰਧਿਤ ਪਾਇਆ ਜਾਂਦਾ ਹੈ। ਸਰ ਪਹਿਲੇ ਤੋਂ ਬਾਅਦ ਦੂਸਰਾ ਧਮਾਕਾ ਹੁੰਦਾ, ਉਹ ਕਿਸ ਤਰ੍ਹਾਂ ਦੇਖਦੇ ਹੋ? ਸ਼ਨੀਵਾਰ ਰਾਤ ਹੋਈ, ਉਸ ਤੋਂ ਬਾਅਦ ਕੀ ਘਟਨਾ ਵਿੱਚ ਦੂਜਾ ਧਮਾਕਾ ਹੋਇਆ? ਹਾਂ, ਇਹ ਬਹੁਤ ਮੰਦਭਾਗੀ ਗੱਲ ਹੈ, ਤੇ ਇਹਦੇ ਮੱਦੇਨਜ਼ਰ ਹੁਣ ਸ਼ਹਿਰ ਵਿੱਚ ਤੇ ਇਸ ਇਲਾਕੇ 'ਚ ਸਾਡੀ ਜਿਹੜੀ ਪੁਲਿਸ ਦੀ ਮੁਸਤੈਦੀ ਹੈ ਉਹ ਹੋਰ ਵਧਾਈ ਗਈ। ਪਰ ਸਰ ਚਸ਼ਮਦੀਦ ਗਵਾਹ ਕਹਿੰਦੇ ਕਿ ਜਿਹੜਾ ਦੂਸਰਾ ਧਮਾਕਾ ਹੋਇਆ ਉਸ ਵੇਲੇ ਇੱਥੇ ਪੁਲਿਸ ਦੀ ਕੋਈ ਡਿਪਲੋਇਮੈਂਟ ਨਹੀਂ ਸੀ। ਇਨਫੈਕਟ ਜਿਹੜੇ ਚਸ਼ਮੇ ਉਹਨਾਂ ਨੇ ਸਾਨੂੰ ਦੱਸਿਆ ਸੀ, ਇਸ ਵੇਲੇ ਧਮਾਕਾ ਹੋਇਆ, ਇਹਦੇ ਧਮਾਕੇ ਵਾਲੇ ਦੇ ਬਹੁਤ ਨੇੜੇ ਹੀ ਸਾਡੀ ਪੁਲਿਸ ਦੀ ਪ੍ਰੈਜ਼ੈਂਸ ਵੀ ਸੀਗੀ, ਤੇ ਜਿਹੜਾ ਇਸ ਏਰੀਆ ਵਿੱਚ ਸਿਵਲ ਸਿਕਿਉਰਿਟੀ ਜਿਹੜੀ ਹੈ ਉਹਦਾ ਚੌਕੀਦਾਰ ਵੀ ਮੌਜੂਦ ਸੀ। ਪੁਲਿਸ ਦੇ ਸਾਹਮਣੇ ਵੀ ਅਜਿਹਾ ਹੋਣਾ ਕਿਤੇ ਨਾ ਕਿਤੇ ਨੈਗਲੈਂਸ ਸ਼ੋ ਕਰਦਾ। ਇੱਕ ਏਡੇ ਵੱਡੇ ਸ਼ਹਿਰ ਵਿੱਚ ਏਡੇ ਵੱਡੇ, ਤੁਸੀਂ ਸਾਰੇ ਜਾਣੋ ਕਿ ਇੱਥੇ ਕਿੰਨਾ ਵੱਡਾ ਕੱਟ ਤੇ ਕਿੰਨੀ ਜ਼ਿਆਦਾ ਆਵਾਜਾਈ ਹੁੰਦੀ ਹੈ। ਇਹਦੇ ਵਿੱਚ ਜਿਹੜੇ ਬੰਦੇ ਦੀ ਜੋ ਮੰਦ ਭਾਵਨਾ ਨਾਲ ਐਕਟ ਕਰਨਾ ਹੁੰਦਾ ਹੈ, ਉਹਦੇ ਵਾਸਤੇ ਇਹ ਸੰਭਾਵਨਾ ਵੱਧ ਜਾਂਦੀ ਹੈ। ਜਿਵੇਂ ਜਿਹੜੀ ਇਸੇ ਗੱਲ ਨੂੰ ਮੈਂ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਵੱਲੋਂ ਹੁਣ ਹੋਰ ਜ਼ਿਆਦਾ ਚੌਕਸੀ ਤੇ ਮੁਸਤੈਦੀ ਵਧਾਈ ਜਾ ਰਹੀ ਹੈ ਕਿ ਇਹੋ ਜਿਹੇ ਅਨਸਰਾਂ ਵਾਸਤੇ ਇਹੋ ਜਿਹੇ ਕੰਮ ਕਰਨੇ ਹੋਰ ਵੀ ਮੁਸ਼ਕਿਲ ਕੀਤੇ ਸਾਡੇ ਵੱਲੋਂ ਬਹੁਤ ਸਾਰੀ ਸੀਸੀਟੀਵੀ ਫੁਟੇਜ ਜਿਹੜੀ ਉਹ ਖੰਗਾਲੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਵਿੱਚ ਕੁਝ ਸਾਨੂੰ ਇਹੋ ਜਿਹੇ ਪਹਿਲੂ ਨਜ਼ਰ 'ਚ ਆਏ ਜਿਨ੍ਹਾਂ 'ਚ ਹਜੇ ਤਹਿਕੀਕਾਤ ਦੀ ਲੋੜ ਹੈ, ਉਹ ਮੈਂ ਤੁਹਾਡੇ ਨਾਲ ਹਜੇ ਸਾਂਝੇ ਨਹੀਂ ਕਰ ਸਕਦਾ, ਬਟ ਇਹ ਹਜੇ ਕਾਰਵਾਈ ਸਾਡੀ ਚੱਲ ਰਹੀ ਹੈ। ਸੰਗਤ ਨੂੰ ਕੋਈ ਜਿਹੜਾ ਵਿਅਕਤੀ ਸੀ ਉਸਨੇ ਇੱਥੇ ਆ ਕੇ ਫਟਾਇਆ ਇਸ ਚੀਜ਼ ਨੂੰ, ਕਿਉਂਕਿ ਜਿਹੜੀ ਚੀਜ਼ ਹੈ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਉੱਪਰੋਂ ਫੁੱਟੀ ਗਈ ਸੀ, ਤੇ ਕੋਈ ਵਿਅਕਤੀ ਸੀ ਜਿਸਨੇ ਆ ਕੇ ਇਹ ਹਜੇ ਤੱਕ ਕੰਜੈਕਚਰ ਹੈਗੇ, ਇਸ ਸੰਬੰਧੀ ਕੋਈ ਵੀ ਸਪਸ਼ਟ ਗੱਲ ਕਰਨੀ ਸੰਭਾਵਿਤ ਨਹੀਂ ਹੋਏਗੀ। ਇਹ ਸਾਡਾ ਤਹਿਕੀਕਾਤ ਹੈ। ਇਹ ਜਿਵੇਂ ਹੀ ਕੋਈ ਗੱਲ, ਜਿਵੇਂ ਮੈਂ ਤੁਹਾਡੇ ਨਾਲ ਹੁਣ ਮੁਖਾਤਬ ਹੋਇਆ ਤੇ ਮਾਨਯੋਗ ਡੀਜੀ ਸਾਹਿਬ ਵੀ ਤੁਹਾਨੂੰ ਮੁਖਾਤਬ ਹੋ ਕੇ ਗਏ ਆ, ਜਿਵੇਂ ਜਿਵੇਂ ਸਾਡੇ ਕੋਲ ਕੋਈ ਸੂਚਨਾ ਆਏਗੀ ਅਸੀਂ ਤੁਹਾਡੇ ਧਿਆਨ 'ਚ ਲਿਆਂਦੇ ਰਵਾਂਗੇ। ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੂੰਗਾ ਕਿ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਚੌਕਸੀ ਵਾਸਤੇ, ਤੁਹਾਡੀ ਸੁਰੱਖਿਆ ਵਾਸਤੇ ਪੂਰੀ ਤਰ੍ਹਾਂ ਮੁਸਤੈਦ ਹੈ। ਇਹ ਕਿਸੇ ਮਾੜੇ ਬੰਦੇ ਨੇ ਇਸ ਪਾਵਨ ਇਲਾਕੇ ਦਾ ਇਹਦਾ ਫਾਇਦਾ ਚੱਕ ਕੇ ਇੱਥੇ ਇਸ ਤਰੀਕੇ ਦੀ ਜਿਹੜੀ ਘਟਨਾ ਕੀਤੀ ਹੈ, ਇਹ ਬਹੁਤ ਮਾੜੀ ਗੱਲ ਹੈ, ਤੇ ਅਸੀਂ ਜਲਦੀ ਤਫਤੀਸ਼ ਨੂੰ ਮੁਕੰਮਲ ਕਰਕੇ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਇਹੋ ਜਿਹੀ ਅਸੀਂ ਘਟਨਾ ਅੱਗੇ ਹੋਣ ਤੋਂ ਰੋਕਾਂਗੇ। ਸਰ ਇੱਕ ਰੱਸੀ ਦਾ ਵੀ ਇਸਤੇਮਾਲ ਹੋਇਆ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਉੱਥੇ ਕੋਈ ਬੰਦਾ ਆਇਆ ਸੀ, ਇਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਆ ਰਹੀ ਸਰ। ਬਹੁਤ ਸਾਰੀਆਂ ਗੱਲਾਂ ਜੀ, ਪਰ ਇਹ ਤਫਤੀਸ਼ ਦੇ ਪਹਿਲੂ ਹੈਗੇ। ਤੇ ਸਰ ਜਿਹੜੀ ਫੋਰੈਂਸਿਕ ਦੀ ਟੀਮ ਆਈ ਸੀ ਉਹਨੇ ਕੀ ਦੱਸਿਆ ਕਿ ਜਿਹੜਾ ਇਹ ਫੋਰੈਂਸਿਕ ਨੇ ਹਜੇ ਤੱਕ ਆਪਣਾ ਕੋਈ ਫਾਈਨਲ ਨਤੀਜਾ ਨਹੀਂ ਦਿੱਤਾ ਹੈਗਾ, ਲੇਕਿਨ ਫੋਰੈਂਸਿਕ ਟੀਮ ਨੇ ਜੋ ਮੁੱਢਲੀ ਤੌਰ ਤੇ ਸਾਨੂੰ ਸੂਚਿਤ ਕੀਤਾ ਹੈਗਾ, ਉਹ ਇਹ ਦੱਸਿਆ ਹੈਗਾ ਕਿ ਇਹ ਲੋ ਇੰਟੈਂਸਿਟੀ ਐਕਸਪਲੋਸਿਵ ਯੂਜ਼ ਹੋਇਆ। ਸਰ ਦੋਵਾਂ ਧਮਾਕਿਆਂ 'ਚ ਕੋਲ ਕਿੰਨੇ ਜ਼ਖਮੀ ਹੋਏ? ਸਾਡੇ ਹਿਸਾਬ ਨਾਲ 2 ਜਾਂ 3 ਹੈਗੇ, ਲੇਕਿਨ ਕੁਝ ਮੀਡੀਆ ਰਿਪੋਰਟ ਜ਼ਿਆਦਾ ਦੱਸ ਰਹੀਆਂ, ਅਸੀਂ ਇਸ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ, ਲੇਕਿਨ ਕੋਈ ਵੀ ਸੀਰੀਅਸ ਇੰਜਰੀ ਨਹੀਂ ਪਹਿਲੀ ਸਟੇਟਮੈਂਟ ਆਈ ਸੀ ਕਿ ਚਿਮਨੀ ਤੋਂ ਹੋਇਆ ਹੈ। ਚਿਮਨੀ ਬਲਾਸਟ ਵਗੈਰਾ ਨਹੀਂ, ਇਹ ਕੋਈ ਇੱਕ ਕਿਸੇ ਤਰੀਕੇ ਦਾ ਰਿਊਮਰ ਜਾਂ ਗਲਤਫਹਿਮੀ ਜਿਹੜੀ ਹੈ ਇਹ ਫੈਲ ਗਈ ਹੈਗੀ ਹੈ। ਇੱਕ ਮੁੱਢਲੀ ਤੌਰ ਤੇ ਗੱਲ ਇਹ ਚੱਲੀ ਸੀ ਕਿ ਸ਼ਾਇਦ ਉਸ ਰਾਤ ਕਿਉਂਕਿ ਬਹੁਤ ਜ਼ੋਰ ਦੀ ਤੂਫਾਨ ਆਇਆ ਸੀਗਾ ਤੇ ਇੱਕਦਮ ਟੈਂਪਰੇਚਰ ਡ੍ਰੌਪ ਹੋਇਆ ਸੀ ਕਿ ਕਿਤੇ ਪ੍ਰੈਸ਼ਰ ਡ੍ਰੌਪ ਹੋਣ ਕਰਕੇ ਸ਼ੀਸ਼ੇ ਤਾਂ, ਕਿਉਂਕਿ ਪਹਿਲੀ ਰਾਤ ਇਹ ਖਬਰ ਨਹੀਂ ਹੋਈ ਸੀਗੀ ਕਿ ਉਸ ਵੇਲੇ ਬਲਾਸਟ ਹੋਇਆ ਜਾਂ ਕੋਈ ਇਸ ਤਰੀਕੇ ਦਾ ਧਮਾਕਾ ਹੋਇਆ ਹੈ। ਸੋ ਇਹ ਕੋਈ ਇੱਕ ਅਫਵਾਹ ਜਾਂ ਕੋਈ ਗਲਤਫਹਿਮੀ ਲੋਕਾਂ 'ਚ ਫੈਲ ਗਈ ਹੈਗੀ ਹੈ, ਲੇਕਿਨ ਇਸ ਸੰਬੰਧੀ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਾ। ਦੋਨੋਂ ਸੇਮ ਨੇ ਤੁਹਾਡੇ ਮੁਤਾਬਕ? ਪਟਾਸ਼ ਇਸ ਨੂੰ ਕਿਹਾ ਜਾ ਇਹ ਮੇਰੇ ਵਾਸਤੇ ਇਸ ਵੇਲੇ ਕਹਿਣਾ ਪੋਸੀਬਲ ਨਹੀਂ ਹੈ। ਹਾਂ, ਕਾਫੀ ਸਿਮਿਲਰ ਹੈਗੇ ਜੀ। ਸੋ ਥੈਂਕ ਯੂ ਵੈਰੀ ਮੱਚ। ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਜੀ। ਸਾਡੀ ਆਵਾਜ਼ ਪਬਲਿਕ ਤੱਕ ਲੈ ਕੇ ਜਾਓ। ਜਿਵੇਂ ਮਾਨਯੋਗ ਡੀਜੀ ਸਾਹਿਬ ਨੇ ਸਾਨੂੰ ਸੂਚਿਤ ਕੀਤਾ ਹੈਗਾ, ਪੰਜਾਬ ਪੁਲਿਸ ਪੂਰੀ ਤਰ੍ਹਾਂ ਸક્ષਮ ਹੈ, ਪੂਰੀ ਤਰ੍ਹਾਂ ਇਸ ਕੰਮ ਤੇ ਜੁਟੀ ਹੋਈ ਹੈ। ਪੂਰਾ ਲਾਅ ਐਂਡ ਆਰਡਰ ਜਿਹੜਾ ਹੈਗਾ ਕੰਟਰੋਲ 'ਚ ਹੈ ਤੇ ਸਾਨੂੰ ਯਕੀਨ ਹੈ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਟਰੇਸ ਕਰਕੇ ਅਸੀਂ ਲੋਕਾਂ ਨੂੰ ਗ੍ਰਿਫਤਾਰ ਕਰਾਂਗੇ। ਦੋਵਾਂ ਧਮਾਕਿਆਂ 'ਚ ਇੱਕੋ ਤਕਨੀਕ ਵਰਤੀ ਗਈ ਹੈ।